ਧੰਨ ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਪ੍ਰੀਤਮ ਜਾਨ ਲੇਹੁ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ, ਪ੍ਰੀਤਮ ਜਾਨ ਲੇਹੁ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ ਰਹਾਉ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦੇਸ਼ ਘੇਰੈ। ਵਿਪਤ ਪਰੀ ਸਭ ਹੀ ਸੰਗ ਛਾਡਿਤ, ਕੋਉ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਉ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਉ ਨੇਹ ਲਗਾਇਓ। ਅੰਤ ਬਾਰ ਨਾਨਕ ਬਿਨ ਹਰਿ ਜੀ, ਕੋਉ ਕਾਮ ਨ ਆਇਓ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਉ ਨੇਹ ਲਗਾਇਓ। ਅੰਤ ਬਾਰ ਨਾਨਕ ਬਿਨ ਹਰਿ ਜੀ, ਕੋਉ ਕਾਮ ਨ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸ਼ਰਵਣ ਕੀਤੇ ਹਨ। ਸੋਰਠ ਰਾਗ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 634 ਉੱਪਰ ਜੋ ਇਹ ਸ਼ਬਦ ਦਰਜ ਹੈ, ਆਪ ਜੀ ਨੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਸੋਰਠ ਰਾਗ ਵਿੱਚ ਸਤਿਗੁਰੂ ਜੀ ਦੇ ਨੌਵੇਂ ਪਾਤਸ਼ਾਹ ਦੇ ਕੁੱਲ 12 ਸ਼ਬਦ ਨੇ ਅਤੇ ਇਹ 12ਵਾਂ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਅੰਦਰ ਮਨੁੱਖੀ ਪ੍ਰਵਿਰਤੀਆਂ ਨੂੰ, ਜਿਸ ਨੂੰ ਆਪਾਂ ਮਨੁੱਖੀ ਸੁਭਾਅ ਆਖਦੇ ਹਾਂ, ਇਹਨਾਂ ਬਾਬਤ ਹਮੇਸ਼ਾ ਹੀ ਸੰਸਾਰ ਦੇ ਸਮਾਜ ਦੇ ਜੀਵਾਂ ਨੂੰ ਸੁਚੇਤ ਕੀਤਾ ਹੈ ਕਿ ਮਨੁੱਖ ਜਿਵੇਂ ਆਪਣੇ ਸਰੀਰ ਪ੍ਰਤੀ ਸੁਚੇਤ ਰਹਿੰਦਾ ਹੈ, ਸਰੀਰ ਦੀ ਤੰਦਰੁਸਤੀ ਦਾ ਅਤੇ ਸਰੀਰ ਦੀ ਬਿਮਾਰੀ ਦਾ ਮਨੁੱਖ ਨੂੰ ਛੇਤੀ ਪਤਾ ਲੱਗ ਜਾਂਦਾ ਹੈ। ਸਰੀਰ ਦੀਆਂ ਲੋੜਾਂ ਦੇ ਪ੍ਰਤੀ ਵੀ ਕਾਫੀ ਹੱਦ ਤੱਕ ਮਨੁੱਖ ਸੁਚੇਤ ਰਹਿੰਦਾ ਹੈ ਕਿ ਉਸਨੇ ਕੀ ਪਹਿਨਣਾ ਹੈ, ਕੀ ਖਾਣਾ ਹੈ, ਕਿੱਥੇ ਰਹਿਣਾ ਹੈ।
ਪਰ ਮਨੁੱਖ ਆਪਣੇ ਮਨ ਦੇ ਸੁਭਾਵਾਂ ਦੇ ਪ੍ਰਤੀ ਇੰਨਾ ਸੁਚੇਤ ਨਹੀਂ ਜਿੰਨਾ ਆਪਣੇ ਸਰੀਰ ਦੇ ਪ੍ਰਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤਾਤ ਵਿੱਚ ਆਪਣੀ ਮੁਬਾਰਕ ਬਾਣੀ ਦੇ ਅੰਦਰ ਮਨੁੱਖੀ ਮਨ ਦੇ ਜਿਹੜੇ ਸੁਭਾਅ ਨੇ ਉਸ ਵਰਤਾਰੇ ਨੂੰ ਵਿਆਖਿਆ ਸਹਿਤ ਬਿਆਨ ਕੀਤਾ ਹੈ। ਤੇ ਸਾਡੇ ਸਾਰਿਆਂ ਦੇ ਮਨੁੱਖੀ ਸੁਭਾਅ ਤੇ ਪ੍ਰਵਿਰਤੀਆਂ ਰਲ ਕੇ ਹੀ ਬਾਹਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੀਆਂ ਨੇ, ਪੈਦਾ ਕਰਦੀਆਂ ਨੇ। ਸਮਾਜ ਅੰਦਰ, ਦੁਨੀਆ ਅੰਦਰ ਜੇ ਪ੍ਰੇਮ ਹੈ, ਇਤਫਾਕ ਹੈ, ਇੱਕ ਦੂਜੇ ਦਾ ਭਲਾ ਲੋਚਣ ਦੀ ਭਾਵਨਾ ਹੈ, ਦੁੱਖ ਵੇਲੇ ਇੱਕ ਦੂਸਰੇ ਦੀ ਬਾਂਹ ਫੜਨ ਦਾ ਸੁਭਾਅ ਹੈ, ਤਾਂ ਇਸ ਦੇ ਤੱਤ ਵੀ ਸਾਡੇ ਮਨ ਵਿੱਚ ਹੀ ਮੌਜੂਦ ਪਏ ਹੋਏ ਨੇ। ਸਾਡੇ ਅੰਦਰ ਜਿਹੜਾ ਦਇਆ ਦਾ ਸੁਭਾਅ ਬਚਿਆ, ਪ੍ਰੇਮ ਬਚਿਆ, ਮੇਰ ਤੇਰ ਦੀ ਭਾਵਨਾ ਤੋਂ ਜਿੰਨੇ ਕੁ ਅਸੀਂ ਮੁਕਤ ਹਾਂ, ਓਨਾ ਕੁ ਹੀ ਬਾਹਰ ਸੰਸਾਰ ਤੇ ਸਮਾਜ ਦੇ ਵਿੱਚ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਏਗੀ। ਜੇ ਸਾਡੇ ਸਭਨਾਂ ਦੇ ਮਨਾਂ ਦੇ ਅੰਦਰ ਦਵੈਸ਼ ਹੋਵੇ, ਨਫ਼ਰਤ ਹੋਵੇ, ਭੇਦਭਾਵ ਹੋਵੇ, ਸਵਾਰਥ ਹੋਵੇ, ਲੁੱਟ ਖਸੁੱਟ ਦੀ ਇੱਛਾ ਹੋਵੇ, ਤਾਂ ਸਾਡੇ ਅੰਦਰ ਦੇ ਸੁਭਾਅ ਹੀ ਹੌਲੀ ਹੌਲੀ ਪ੍ਰਗਟ ਹੋ ਕੇ, ਰੂਪਮਾਨ ਹੋ ਕੇ ਸਮਾਜ ਨੂੰ, ਪਰਿਵਾਰ ਨੂੰ, ਦੁਨੀਆ ਨੂੰ ਡਿਸਟਰਬ ਕਰਨਗੇ, ਬਾਹਰ ਦਾ ਮਾਹੌਲ ਖਰਾਬ ਕਰ ਦੇਣਗੇ। ਜਾਨੀ ਕਿ ਜੋ ਕੁਝ ਵੀ ਸਾਡਾ ਅਮਲ ਹੈ, ਜੋ ਕੁਝ ਬਾਹਰ ਵਾਪਰ ਰਿਹਾ ਹੈ, ਸਭ ਤੋਂ ਪਹਿਲਾਂ ਉਹ ਸਾਡੇ ਅੰਦਰ ਵਾਪਰਦਾ ਹੈ। ਸਭ ਤੋਂ ਪਹਿਲਾਂ ਉਹ ਸਾਡੇ ਮਨ ਵਿੱਚ ਉਛਾਲ ਉੱਠਦਾ ਤੇ ਫਿਰ ਅਸੀਂ ਉਸ ਪਾਸੇ ਵੱਲ ਕਰਮ ਕਰਨ ਲਈ, ਅਮਲ ਕਰਨ ਲਈ, ਪ੍ਰੈਕਟਿਸ ਕਰਨ ਲਈ, ਅਭਿਆਸ ਕਰਨ ਲਈ ਤੁਰਦੇ ਹਾਂ। ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਆਪਾਂ ਪੜ੍ਹੀਏ, ਸਤਿਗੁਰੂ ਜੀ ਨੇ ਕੋਈ ਬਹੁਤੇ ਇਤਿਹਾਸਕ ਹਵਾਲੇ ਆਪਣੀ ਮੁਬਾਰਕ ਬਾਣੀ ਵਿੱਚ ਨਹੀਂ ਦਿੱਤੇ। ਮੰਨ ਲਓ ਸਮੇਂ ਦੀ ਰਾਜਗਰਦੀ ਹੋ ਰਹੀ ਹੈ, ਸਮੇਂ ਦੇ ਰਾਜੇ ਹਨ, ਸਮੇਂ ਦੇ ਬਾਦਸ਼ਾਹ ਹਨ, ਸਮੇਂ ਦਾ ਜੋ ਪ੍ਰਭਾਵ ਹੈ ਉਹਦੀ ਇੱਕ ਵੀ ਉਦਾਹਰਣ ਸਤਿਗੁਰੂ ਮਹਾਰਾਜ ਨੇ ਆਪਣੀ ਮੁਬਾਰਕ ਬਾਣੀ ਵਿੱਚ ਨਹੀਂ ਵਰਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਸਤਿਗੁਰੂ ਨੇ ਜਾਂ ਤਾਂ ਪਰਿਵਾਰਕ ਉਦਾਹਰਣਾਂ ਵਰਤੀਆਂ ਨੇ, ਤੇ ਜਾਂ ਸਤਿਗੁਰੂ ਜੀ ਨੇ ਪੁਰਾਣੇ ਮਿਥਕ ਪੌਰਾਣਿਕ ਹਵਾਲੇ ਜਿਹੜੇ ਨੇ ਉਹ ਵਰਤੋਂ ਵਿੱਚ ਲਿਆ ਕੇ ਸਾਨੂੰ ਕੋਈ ਗੱਲ ਸਮਝਾਉਣੀ ਚਾਹੀਏ, ਐਕਸਪਲੇਨੇਸ਼ਨ ਦਿੱਤੀ ਹੈ ਕਿਸੇ ਖਿਆਲ ਦੀ। ਇੱਕ ਉਦਾਹਰਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਤੁਹਾਡੇ ਸਨਮੁਖ ਰੱਖਦਾ, ਜਿਹੜੀ ਇਸ ਸ਼ਬਦ ਦੇ ਭਾਵ ਨੂੰ ਪ੍ਰਗਟ ਕਰਨ ਵਿੱਚ ਸਾਡੀ ਸਹਾਇਤਾ ਕਰੇਗੀ। ਕਿਉਂਕਿ ਨੌਵੇਂ ਪਾਤਸ਼ਾਹ ਨੇ ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਕਿਹਾ ਹੈ, ਹੇ ਪਿਆਰੇ ਮਨੁੱਖ, ਆਪਣੇ ਮਨ ਵਿੱਚ ਇਸ ਗੱਲ ਨੂੰ ਵਸਾ ਲੈ, ਮਨ ਵਿੱਚ ਇਹ ਗੱਲ ਪੱਕੀ ਟਿਕਾ ਲੈ ਵੀ ਸੰਸਾਰ ਤੇ ਸਮਾਜ ਦਾ ਵਰਤਾਰਾ ਕੀ ਹੈ। ਪ੍ਰੀਤਮ ਜਾਨ ਲੇਹੋ ਮਨ ਮਾਹੀ। ਫਿਰ ਅੱਗੇ ਸਤਿਗੁਰੂ ਆਖਦੇ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੰਸਾਰ ਦੇ ਜੀਵ ਜਿਹੜੇ ਹਨ ਉਹ ਆਪਣੇ ਸਵਾਰਥ ਸੁੱਖ ਦੀ ਖਾਤਰ ਹੀ ਉਲਝੇ ਹੋਏ ਹਨ। ਫਾਂਦਿਓ ਦਾ ਮਤਲਬ ਹੁੰਦਾ ਫਸਿਆ ਹੋਇਆ, ਆਪਣੇ ਸੁੱਖ ਦੀ ਲਾਲਸਾ ਵਿੱਚ ਫਸਿਆ ਹੋਇਆ। ਤੇ ਜਿਹੜਾ ਵੀ ਜਗਤ ਦਾ ਮਨੁੱਖ ਆਪਣੇ ਸੁੱਖ ਦੇ ਸਵਾਰਥ ਵਿੱਚ ਫਸ ਜਾਏ, ਉਹ ਕਿਸੇ ਦੇ ਨੇੜੇ ਢੁੱਕ ਕੇ ਨਹੀਂ ਬਹਿ ਸਕਦਾ, ਉਹ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ। ਕਿ ਇਹ ਜਿਹੜਾ ਵਰਤਾਰਾ ਹੈ, ਸਤਿਗੁਰੂ ਮਹਾਰਾਜ ਨੇ ਇਸ ਨੂੰ ਗੁਰਮੁਖਾਂ ਦਾ ਵਰਤਾਰਾ ਕਿਹਾ, ਕਿ ਇਸ ਨੂੰ ਸੱਚ ਕਿਹਾ, ਇਸ ਨੂੰ ਚੰਗਾ ਕਿਹਾ? ਨਹੀਂ, ਸਤਿਗੁਰੂ ਨੇ ਆਖਿਆ ਇਹ ਮਨੁੱਖ, ਭਟਕੇ ਹੋਏ ਮਨੁੱਖ ਦੀ ਨਿਸ਼ਾਨੀ ਹੈ। ਨੌਵੇਂ ਪਾਤਸ਼ਾਹ ਦਾ ਜੀਵਨ ਪੜ੍ਹੀਏ, ਖਾਸ ਤੌਰ 'ਤੇ ਸਤਿਗੁਰੂ ਦਾ ਸ਼ਹਾਦਤ ਵਾਲਾ ਜਿਹੜਾ ਚੈਪਟਰ ਅਧਿਆਏ ਹੈ ਉਹਨਾਂ ਦੇ ਜੀਵਨ ਦਾ। ਔਰੰਗਜ਼ੇਬ ਦੀ ਸਲਤਨਤ ਹੈ, ਰਾਜ ਹੈ। ਕਾਜ਼ੀਆਂ ਦਾ ਚੰਗਾ ਪ੍ਰਭਾਵ ਜਿਹੜਾ, ਕਾਜ਼ੀਆਂ ਮਲਾਣਿਆਂ ਤੇ ਕੱਟੜਪੰਥੀ ਸੰਪਰਦਾਇਆਂ ਦਾ ਕੁਝ ਪ੍ਰਭਾਵ ਜਿਹੜਾ ਉਹ ਬਾਦਸ਼ਾਹ ਦੇ ਤਖਤ ਦੇ ਨੇੜੇ ਹੈ। ਜਿਹੋ ਜਿਹੀ ਲਾਬੀ ਸਮੇਂ ਦੀ ਫੈਸਲਾ ਕਰਨ ਵਾਲੀ ਤਾਕਤ ਦੇ ਕੋਲ ਆ ਕੇ ਢੁੱਕ ਜਾਏ, ਉਹੋ ਜਿਹੇ ਫੈਸਲੇ ਤੇ ਉਹੋ ਜਿਹਾ ਹੀ ਪ੍ਰਭਾਵ ਜਿਹੜਾ ਉਹ ਆਮ ਜਨਤਾ ਦੇ ਉੱਤੇ ਪੈ ਜਾਂਦਾ ਹੈ। ਮਜ਼ਹਬਾਂ ਦੀ ਲੜਾਈ, ਜਿਸ ਨੂੰ ਅੱਗ ਦੇ ਕੇ, ਤੂਲ ਦੇ ਕੇ
ਸਮੇਂ ਦੇ ਸ਼ਾਸਕਾਂ ਦੇ ਕੋਲੋਂ, ਰਾਜਿਆਂ ਤੇ ਬਾਦਸ਼ਾਹਾਂ ਦੇ ਕੋਲੋਂ ਬੜੇ ਅਜੀਬੋ ਗਰੀਬ ਕਿਸਮ ਦੇ ਲੋਕ ਵਿਰੋਧੀ ਫੈਸਲੇ ਜਿਹੜੇ ਸਨ, ਐਸੀਆਂ ਲਾਬੀਆਂ ਕਰਵਾ ਲੈਂਦੀਆਂ ਸਨ। ਕੁਝ ਚੀਜ਼ਾਂ ਇੰਨੀਆਂ ਉਲਝੀਆਂ ਹੋਈਆਂ ਨੇ ਇਤਿਹਾਸ ਵਿੱਚ ਵੀ ਉਹਨਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦਿਆਂ ਹੋਇਆਂ ਵੀ ਆਪਣੇ ਆਪ ਵਿੱਚ ਬੜੀ ਉਲਝਣ ਲੱਗਦੀ ਹੈ। ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹੋ। ਕੌਣ ਕੌਣ ਲੋਕ ਸਨ ਜਿਨ੍ਹਾਂ ਨੇ ਏਡੇ ਵੱਡੇ ਫੈਸਲੇ ਕਰਨ ਲਈ ਸਮੇਂ ਦੇ ਤਖਤ ਨਸ਼ੀਨ ਬਾਦਸ਼ਾਹ ਨੂੰ ਮਜਬੂਰ ਕਰ ਲਿਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਤਤੀ ਤਵੀ ਤੇ ਬਿਰਾਜ ਗਏ। ਅਸੀਂ ਆਮ ਰੂਪ ਵਿੱਚ ਜਦੋਂ ਵੀ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਉਂਦੇ ਹਾਂ ਜਾਂ ਸਤਿਗੁਰਾਂ ਦੇ ਦਿਨ ਪੁਰਬ ਮਨਾਉਂਦੇ ਹਾਂ ਤੇ ਬਹੁਤਾ ਅਸੀਂ ਡੀਪਲੀ ਸੋਚਦੇ ਨਹੀਂ ਵੀ ਗੱਲ ਕੀ ਹੈ, ਕਾਰਨ ਕੀ ਹੈ, ਕਿਵੇਂ ਵਰਤਾਰਾ ਵਾਪਰ ਗਿਆ। ਕੋਈ ਸਧਾਰਨ ਮਨੁੱਖ ਨਾਲ ਕੋਈ ਸਧਾਰਨ ਬੰਦਾ ਧੱਕਾ ਕਰ ਜਾਏ, ਕੋਈ ਗੱਲ ਉਲਝ ਜਾਏ ਤੇ ਗੱਲ ਸਮਝ 'ਚ ਆਉਂਦੀ ਹੈ ਵੀ ਦੋਵਾਂ ਬੰਦਿਆਂ 'ਚ ਕੋਈ ਖਾਸ ਗੱਲ ਨਹੀਂ ਸੀ। ਸਮੇਂ ਦੀ ਏਡੀ ਵੱਡੀ ਤਾਕਤ, ਸਮੇਂ ਦਾ ਤਾਨਾਸ਼ਾਹ ਬਾਦਸ਼ਾਹ, ਰਾਜ ਸੱਤਾ ਦੀ ਸਭ ਤੋਂ ਵੱਡੀ ਪਦਵੀ ਤੇ ਬੈਠਾ ਹੋਇਆ, ਏਡੇ ਵੱਡੇ ਧਰਮਾਚਾਰੀਆ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹ ਫੈਸਲਾ ਸੁਣਾਏ ਵੀ ਇਹਨਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਜਾਏ। ਗੱਲਾਂ ਦੋਵੇਂ ਹੀ ਸਧਾਰਨ ਨਹੀਂ। ਨਾ ਫੈਸਲਾ ਦੇਣ ਵਾਲਾ ਕੋਈ ਆਮ ਬੰਦਾ ਹੈ ਤੇ ਜਿਸ ਦੇ ਵਿਰੋਧ ਵਿੱਚ ਫੈਸਲਾ ਦਿੱਤਾ ਗਿਆ ਨਾ ਉਹ ਆਮ ਵਿਅਕਤੀ ਹੈ। ਇਹ ਬੜੀ ਵੱਡੀ ਘਟਨਾ ਵਾਲੇ ਪਾਸੇ ਗੱਲਾਂ ਇਸ਼ਾਰੇ ਕਰਦੀਆਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ, ਸਾਡੇ ਜ਼ਿਹਨ ਵਿੱਚ ਕੇਵਲ ਇੰਨੀ ਗੱਲ ਹੈ ਵੀ ਪੰਡਤ ਆਏ, ਸਤਿਗੁਰੂ ਦੇ ਦਰਬਾਰ ਵਿੱਚ ਉਹਨਾਂ ਫਰਿਆਦ ਦਾਦ ਕੀਤੀ, ਮਹਾਰਾਜ ਸਾਡੀ ਬਾਂਹ ਫੜੋ। ਸਾਡੇ ਵਿੱਚ ਇੰਨੀ ਤਾਕਤ ਨਹੀਂ, ਸਮਰੱਥਾ ਨਹੀਂ ਵੀ ਅਸੀਂ ਇਸ ਜ਼ੁਲਮ ਦੀ ਹਨੇਰੀ ਦੇ ਸਾਹਮਣੇ ਸੀਨਾ ਤਾਲ ਕੇ ਖਲੋ ਸਕੀਏ। ਜਿਹੜੀ ਤਾਕਤ ਸਾਡੇ ਵਿੱਚ ਨਹੀਂ ਤੇ ਸਾਨੂੰ ਕੋਈ ਨਜ਼ਰ ਵੀ ਨਹੀਂ ਪੈਂਦਾ ਵੀ ਜਿਹਦੇ ਕੋਲ ਜਾ ਕੇ ਅਸੀਂ ਮਦਦ ਮੰਗੀਏ, ਕਿਉਂਕਿ ਹਰ ਕੋਈ ਦਹਿਲਦਾ ਹੈ, ਹਰ ਕੋਈ ਡਰਦਾ ਹੈ ਤੇ ਹਰ ਕੋਈ ਸਵਾਰਥ ਦਾ ਮਾਰਿਆ ਹੋਇਆ। ਹੁਣ ਇਹਨਾਂ ਚੈਪਟਰ ਤੇ ਸਾਨੂੰ ਤਾਰੀਖ ਦਾ ਚੇਤੇ ਹੈ, ਯਾਦ ਹੈ। ਗੱਲਾਂ ਇਹਦੇ ਵਿੱਚ ਹੋਰ ਵੀ ਬਹੁਤ ਨੇ, ਪਰ ਮੈਂ ਸੰਖੇਪ ਵਿੱਚ ਕੇਵਲ ਇਸ ਸ਼ਬਦ ਦੇ ਭਾਵ ਨੂੰ ਪ੍ਰਗਟ ਕਰਨ ਦੀ ਇਤਿਹਾਸਕ ਉਨੀ ਕੁ ਵਾਰਤਾ ਹੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਿਹੜੇ ਬ੍ਰਾਹਮਣ, ਜਿਹੜੇ ਪੰਡਤ, ਜਿਸ ਮਜ਼ਹਬ ਨਾਲ ਤਾਲੁਕ ਰੱਖਣ ਵਾਲੇ ਲੋਕ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆ ਕੇ ਬੇਨਤੀ ਕਰ ਰਹੇ ਨੇ ਕਿ ਉਹਨਾਂ ਦੇ ਮਜ਼ਹਬ ਦੇ ਵਿੱਚ ਕੋਈ ਰਾਜਨੀਤਿਕ ਆਗੂ ਨਹੀਂ, ਕੋਈ ਪਾਵਰਫੁੱਲ ਰਿਆਸਤ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਦਾ ਤਾਂ ਇੱਕ ਵੱਡਾ ਮਿਸ਼ਨ ਹੈ। ਹਾਲਾਂਕਿ ਮਹਾਰਾਜ ਦੇ ਕੋਲ ਕੋਈ ਏਡੀਆਂ ਫੌਜਾਂ ਨਹੀਂ ਵੀ ਮਹਾਰਾਜ ਨੇ ਕੋਈ ਰਾਜ ਭਾਗ ਕਾਇਮ ਕੀਤਾ ਹੋਇਆ, ਉਹ ਕਿਸੇ ਜਗ੍ਹਾ ਦੇ ਰਾਜੇ ਨੇ ਜਾਂ ਕਿਸੇ ਜਗ੍ਹਾ ਦੇ ਬਾਦਸ਼ਾਹ ਨੇ ਜਾਂ ਕੋਈ ਸਟੇਟ ਉਹ ਰਾਜਨੀਤਿਕ ਤੌਰ ਤੇ ਚਲਾ ਰਿਹਾ, ਐਸਾ ਨਹੀਂ ਹੈ। ਸਤਿਗੁਰੂ ਮਹਾਰਾਜ ਇੱਕ ਪਰਮ ਮਨੁੱਖ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਮਹਾਨ ਅਧਿਆਤਮਕ ਸਪਿਰਚੁਅਲ ਪਰਸਨੈਲਿਟੀ ਹਨ। ਉਹ ਬੜੇ ਵੱਡੇ ਮਹਾਨ ਇਨਕਲਾਬੀ ਨੇ, ਸਤਿਪੁਰਸ਼ ਨੇ, ਸੰਤ ਭਗਤ ਨੇ, ਪਰਮੇਸ਼ਰ ਦੇ ਪਿਆਰੇ ਪੈਗੰਬਰ ਨੇ, ਰਹਿਨੁਮਾ ਨੇ। ਪਰ ਸੰਸਾਰ ਦੀ ਕੋਈ ਧਰਤੀ ਦੇ ਕਿਸੇ ਹਿੱਸੇ ਤੇ ਉਹਨਾਂ ਦਾ ਕੋਈ ਵੱਖਰਾ ਰਾਜ ਨਹੀਂ, ਜਿਸ ਤਰ੍ਹਾਂ ਆਮ ਰਾਜਿਆਂ ਬਾਦਸ਼ਾਹਾਂ ਦਾ ਹੁੰਦਾ ਹੈ। ਇੱਕ ਬਾਦਸ਼ਾਹ ਜ਼ੁਲਮ ਕਰੇ, ਲੋਕ ਦੂਜੀ ਸਟੇਟ ਚਲੇ ਜਾਂਦੇ ਨੇ, ਪਲਾਇਨ ਕਰ ਜਾਂਦੇ ਨੇ, ਪ੍ਰਵਾਸ ਕਰ ਜਾਂਦੇ ਨੇ। ਕਿਸੇ ਕੌਮ ਨੂੰ ਬਿਪਤਾ ਬਣੇ, ਉਹ ਕਿਸੇ ਸਟੇਟ ਦਾ, ਕਿਸੇ ਦੂਸਰੇ ਰਾਜ ਦਾ, ਕਿਸੇ ਰਾਜੇ ਦਾ ਜਾ ਕੇ ਮਦਦ ਲੈਂਦੀ, ਗੁਹਾਰ ਲਾਉਂਦੀ ਹੈ ਵੀ ਸਾਨੂੰ ਬਚਾਓ। ਇਸ ਤਰ੍ਹਾਂ ਦੇ ਵਰਤਾਰੇ ਤੇ ਸੁਣੇ ਨੇ, ਪੜ੍ਹੇ ਨੇ ਇਤਿਹਾਸ ਦੇ ਪੰਨਿਆਂ ਤੋਂ। ਪਰ ਚੇਤੇ ਵਿੱਚ ਰੱਖੋ, ਮਰਾਠਿਆਂ ਦੀਆਂ ਆਪਣੀਆਂ ਰਿਆਸਤਾਂ ਨੇ, ਰਾਜਪੂਤਾਂ ਦੀਆਂ ਆਪਣੀਆਂ ਰਿਆਸਤਾਂ ਨੇ। ਔਰੰਗਜ਼ੇਬ ਦੇ ਦਰਬਾਰ ਵਿੱਚ ਰਾਜਪੂਤ ਰਾਜਿਆਂ ਦਾ ਚੰਗਾ ਰਸੂਖ ਹੈ, ਪ੍ਰਭਾਵ ਹੈ, ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ। ਤੇ ਇਹ ਉਹ ਰਾਜੇ ਨੇ ਜਿਹੜੇ ਰਾਜੇ ਖੁਦ ਵੀ ਉਹਨਾਂ ਸਾਰੇ ਕਰਮ ਕਾਂਡਾਂ ਨੂੰ, ਕਰਮਾਂ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਦਾ ਪ੍ਰਚਾਰ ਬ੍ਰਾਹਮਣ ਜਾਂ ਪੰਡਤ ਲੋਕ ਕਰਦੇ ਨੇ। ਜੇ ਤੀਰਥ ਢਾਏ ਜਾਂਦੇ ਨੇ ਤੇ ਉਹ ਇਕੱਲੇ ਬ੍ਰਾਹਮਣਾਂ ਦੇ ਤੇ ਨਹੀਂ, ਉਹ ਰਾਜਪੂਤਾਂ ਦੇ ਵੀ ਨੇ। ਜੇ ਮੰਦਰਾਂ ਨੂੰ ਗਿਰਾਇਆ ਜਾਂਦਾ ਹੈ, ਤੋੜਿਆ ਜਾਂਦਾ ਹੈ, ਤੇ ਉਹ ਇਕੱਲੇ ਬ੍ਰਾਹਮਣ ਦੇ ਮੰਦਰ ਤਾਂ ਨਹੀਂ, ਉਹ ਮੰਦਰ ਉਹਨੇ ਬਾਕੀ ਜਨਤਾ ਦੇ ਵੀ ਨੇ ਔਰ ਉਹਨਾਂ ਰਾਜਿਆਂ ਦੇ ਵੀ ਨੇ ਜਿਹੜੇ ਉਸ ਮਜ਼ਹਬ ਦੇ ਨਾਲ ਸੰਬੰਧ ਰੱਖਣ ਵਾਲੇ ਨੇ। ਪਰ ਉਹਨਾਂ ਨੂੰ ਤਕਲੀਫ ਕਿਉਂ ਨਹੀਂ ਹੋਈ, ਵੱਡਾ ਮਸਲਾ ਹੈ।
ਇਹ ਜਿਹੜੇ ਦਰਦੀ ਲੋਕ ਨੇ, ਜਿਹੜੇ ਚਾਹੁੰਦੇ ਨੇ ਵੀ ਇਹ ਜ਼ੁਲਮ ਨਾ ਹੋਵੇ, ਉਹਨਾਂ ਦੇ ਕੋਲ ਕਿਉਂ ਨਹੀਂ ਜਾਂਦੇ? ਕਿਉਂ ਨਹੀਂ ਆਪਣੇ ਰਾਜਿਆਂ ਨੂੰ ਜਾ ਕੇ ਆਖਦੇ? ਕਿਉਂ ਨਹੀਂ ਆਪਣੇ ਲੀਡਰਾਂ ਤੇ ਆਗੂਆਂ ਦੇ ਕੋਲ ਜਾ ਕੇ ਪੁਕਾਰ ਕਰਦੇ ਵੀ ਇਸ ਔਖੀ ਘੜੀ ਦੇ ਵਿੱਚ ਸਾਨੂੰ ਆਪਣੀ ਭਾਸ਼ਾ, ਧਰਮ, ਪਹਿਰਾਵਾ ਤੇ ਕਦਰਾਂ ਕੀਮਤਾਂ ਬਚਾਉਣ ਦਾ ਯਤਨ ਕਰਨਾ ਚਾਹੀਦਾ? ਇਸ ਦੇ ਦੋ ਮੂਲ ਕਾਰਨ ਨੇ। ਇੱਕ ਵੱਡਾ ਕਾਰਨ ਤੇ ਇਹ ਹੈ ਵੀ ਵਿਚਾਰਵਾਨ ਮਨੁੱਖ ਜਿਹੜਾ ਨਾ, ਸਭ ਤੋਂ ਪਹਿਲਾਂ ਇਹ ਵੇਖਦਾ ਹੈ ਵੀ ਜੋ ਮਾਹੌਲ ਹੈ, ਇਸ ਮਾਹੌਲ ਦੇ ਸਾਹਮਣੇ ਤਣ ਕੇ ਖਲੋ ਜਾਣ ਦੀ ਸਮਰੱਥਾ ਕਿਹਦੇ ਵਿੱਚ ਹੈ, ਤਾਕਤ ਕਿਹਦੇ ਵਿੱਚ ਹੈ। ਉਹ ਰਾਜਿਆਂ ਵਿੱਚ ਨਹੀਂ, ਨਾ ਉਸ ਸਮੇਂ ਦੇ ਉਹਨਾਂ ਦੇ ਲੀਡਰਾਂ ਦੇ ਵਿੱਚ ਹੈ। ਔਰ ਕਮਾਲ ਦੀ ਗੱਲ ਹੈ, ਖੁਦ ਕਿਸੇ ਪੰਡਤ ਵਿੱਚ ਵੀ ਨਹੀਂ। ਜਿਹੜੇ ਆਪਣੇ ਧਰਮ ਦੀ ਗੁਹਾਰ ਲਾਉਂਦੇ ਫਿਰਦੇ ਨੇ, ਖੁਦ ਉਹਨਾਂ 'ਚ ਵੀ ਨਹੀਂ ਵੀ ਘੱਟੋ ਘੱਟ ਆਪਣੇ ਆਪ ਲਈ ਕੋਈ ਕੁਰਬਾਨੀ ਕਰ ਲਈਏ, ਜਿਸ ਨੂੰ ਪੀੜ੍ਹੀ ਦਰ ਪੀੜ੍ਹੀ ਜਿਹੜੇ ਮਜ਼ਹਬ ਨੂੰ ਅਸੀਂ ਹੰਢਾਇਆ ਹੈ, ਜਿਹੜੀ ਬੋਲੀ ਅਸੀਂ ਬੋਲੀ ਹੈ, ਜੇ ਉਹ ਬੋਲੀ ਖਤਰੇ 'ਚ ਪੈ ਜਾਏ, ਉਹ ਰਸਮ ਖਤਰੇ 'ਚ ਪੈ ਜਾਏ, ਤਾਂ ਬੰਦਾ ਘੱਟੋ ਘੱਟ ਆਵਾਜ਼ ਤੇ ਚੁੱਕਦਾ ਹੈ ਨਾ। ਪਰ ਹੈਰਾਨੀ ਹੁੰਦੀ ਹੈ, ਪੰਡਤਾਂ ਦਾ ਇੱਕ ਨਿੱਕਾ ਜਿਹਾ ਵਫਦ ਵੀ, ਕੋਈ 2 ਪੰਡਤਾਂ ਨੇ ਰਲ ਕੇ ਵੀ ਭਾਰਤ ਵਿੱਚ ਉੱਚੀ ਆਵਾਜ਼ ਨਹੀਂ ਕੱਢੀ। ਕਿਸੇ ਦਾ ਜ਼ਿਕਰ ਨਾਮੋ ਨਿਸ਼ਾਨ ਤਾਰੀਖ ਵਿੱਚ ਨਹੀਂ ਮਿਲਦਾ। ਚੇਤੇ ਵਿੱਚ ਰੱਖਣਾ, ਸਮੇਂ ਦੀ ਮੁਸੀਬਤ ਨੂੰ, ਸਮੇਂ ਦੀਆਂ ਸਭ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਮੁਖਾਤਬ ਉਹੀ ਬੰਦਾ ਹੋ ਸਕਦਾ ਜਿਹਦੇ ਅੰਦਰ ਕੁਝ ਖਾਸ ਹੈ, ਅੰਦਰੋਂ ਕੋਈ ਜਾਗਦਾ ਹੈ, ਜਿਹਨੇ ਜੀਵਨ ਦਾ ਕੋਈ ਸੱਚ ਤੇ ਅਨੁਭਵ ਕਮਾਇਆ ਹੈ। ਮਹਾਨ ਲੋਕਾਂ ਨੂੰ ਐਵੇਂ ਇਤਿਹਾਸ ਵਿੱਚ ਯਾਦ ਨਹੀਂ ਕੀਤਾ ਜਾਂਦਾ। ਕੁਰਬਾਨੀ ਦੇਣਾ ਕੋਈ ਏਡਾ ਸੌਖੀ ਖੇਡ ਨਹੀਂ ਹੁੰਦੀ। ਮਰਨ ਮਰਾਉਣ ਦੀਆਂ ਗੱਲਾਂ ਹਰ ਕੋਈ ਬੰਦਾ ਗੁੱਸੇ 'ਚ ਕਰ ਲੈਂਦਾ, ਭੀੜ 'ਚ ਖਲੋਤਾ ਕਰ, 4 ਬੰਦੇ ਨਾਲ ਹੋਣ ਤੇ ਬੰਦਾ ਉਹ ਵੀ ਗੱਲ ਕਹਿ ਜਾਂਦਾ ਜਿਹੜੀ ਉਹਦੇ ਨਹੀਂ ਕਹਿਣ ਵਾਲੀ। ਇੰਨੀ ਔਕਾਤ ਨਹੀਂ ਜਿਸ ਬੰਦੇ ਦੀ ਹੁੰਦੀ। ਪਰ ਮੌਤ ਦੀ ਅੱਖ ਵਿੱਚ ਅੱਖ ਪਾ ਕੇ ਸਮੇਂ ਦੇ ਸਥਾਪਿਤ ਲੋਕਾਂ ਦੇ ਵਿਰੋਧ ਵਿੱਚ ਭੁਗਤਣਾ ਤੇ ਮਜ਼ਲੂਮਾਂ ਦੀ ਬਾਂਹ ਫੜਨਾ, ਇਹ ਇੱਕ ਅਗੰਮੀ ਰੰਗ ਹੈ, ਇਹ ਸ਼ਹਾਦਤ ਦਾ ਰਾਹ ਹੈ। ਤੇ ਸ਼ਹਾਦਤ ਹਰ ਬੰਦੇ ਦੇ ਹਿੱਸੇ ਵਿੱਚ ਨਹੀਂ ਆਉਂਦੀ, ਚੇਤੇ 'ਚ ਰੱਖਿਓ। ਸ਼ਹਾਦਤ ਲਈ ਤੁਹਾਡਾ ਅੰਤਰ-ਆਤਮਾ ਜਾਗਦਾ ਤੇ ਬਲਦਾ ਹੋਣਾ ਜ਼ਰੂਰੀ ਹੁੰਦਾ ਹੈ। ਖੈਰ, ਮੈਂ ਇਸ ਪਾਸੇ ਨਾ ਜਾਵਾਂ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਬਿਨਾਂ ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਤੇ ਇਸ ਦਾ ਮੂਲ ਕਾਰਨ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੋ ਕਰਮ ਕਰਤੱਵ ਹੈ, ਜੋ ਉਹਨਾਂ ਨੇ ਕੀਤਾ ਭਾਰਤ ਵਿੱਚ, ਜੋ ਜਨਤਾ ਦੇ ਲਈ, ਜੋ ਲੋਕਾਂ ਦੇ ਲਈ, ਉਹ ਉਹਨਾਂ ਦੇ ਸਾਹਮਣੇ ਸੀ ਵੀ ਕੋਈ ਐਸਾ ਮਹਾਂਪੁਰਖ ਹੈ ਜਿਹਨੇ ਸਭ ਤੋਂ ਵੱਧ ਪੈਂਡੇ ਕੀਤੇ, ਇਸ ਜ਼ੁਲਮੀ ਰਾਜ ਦੇ ਵਿੱਚ ਲੋਕਾਂ ਨੂੰ ਧੀਰਜ, ਹੌਸਲਾ ਦਿੱਤਾ ਔਰ ਵੱਡੇ ਵੱਡੇ ਫੈਸਲੇ 2 ਧਿਰਾਂ ਦੇ ਵਿਚਕਾਰ, ਜਿਵੇਂ ਅਸਾਮ ਦੀ ਮੁਹਿੰਮ ਦੇ ਉੱਤੇ ਕਰਵਾਏ। ਉਹ ਵੀ ਇਤਿਹਾਸ ਦਾ ਇੱਕ ਚੈਪਟਰ ਹੈ ਵੱਖਰਾ। ਤੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਦਿਸ ਰਿਹਾ ਸੀ ਵੀ ਰਾਜੇ ਸਵਾਰਥੀ ਨੇ। ਉਹਨਾਂ ਦੇ ਅੰਦਰ ਸਭ ਤੋਂ ਵੱਡੀ ਪ੍ਰਵਿਰਤੀ ਕੀ ਹੈ? ਲਾਲਚ। ਕਾਹਦਾ ਲਾਲਚ? ਰਿਆਸਤ ਬਚੀ ਰਹਿ ਜਾਏ, ਪਦਵੀ ਬਚੀ ਰਹਿ ਜਾਏ। ਜੇ ਮੈਂ ਰਿਸਕ ਲੈ ਲਿਆ ਤੇ ਮੇਰਾ ਬੱਚਾ ਅੱਗੇ ਤਖਤ ਤੇ ਕਿਵੇਂ ਬੈਠੇਗਾ? ਬਜ਼ੁਰਗ ਰਾਜੇ ਵੀ ਆਪਣੇ ਨੌਜਵਾਨ ਬੱਚਿਆਂ ਦੀ ਤਖਤ ਸਲਾਮਤੀ ਦੇ ਲਈ ਸਮਝੌਤੇ ਕਰ ਗਏ। ਸਵਾਰਥ ਵੇਖੋ ਕੈਸੀ ਚੀਜ਼ ਹੈ। ਜਿਹੜੇ ਲੋਕਾਂ ਦੇ ਆਗੂ ਹੋਣ ਦਾ ਉਹ ਦਮ ਭਰਦੇ ਨੇ, ਜਦੋਂ ਉਹਨਾਂ ਤੇ ਮੁਸੀਬਤ ਆਏ ਤੇ ਉਹਨਾਂ ਦੇ ਹੱਕ ਵਿੱਚ ਹੀ ਖਲੋਣ ਲਈ ਉਹ ਰਾਜ਼ੀ ਨਹੀਂ। ਸਵਾਰਥ ਦੀ ਖੇਡ ਹੈ ਸਾਰੀ। ਤੇ ਕੁਰਬਾਨੀ ਕੌਣ ਕਰ ਸਕਦਾ? ਸਵਾਰਥ ਵਾਲਾ ਤੇ ਨਹੀਂ ਕਰ ਸਕਦਾ। ਪਰਉਪਕਾਰੀ ਕਰੇਗਾ, ਤਿਆਗੀ ਪੁਰਖ ਕਰੇਗਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਖਾਸਾ ਤੇ ਸੁਭਾਅ ਤਿਆਗ ਦਾ ਹੈ। ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਸ ਨੂੰ ਦੂਰ ਕਰਨ ਲਈ ਯਤਨ ਕਰਨਾ, ਇਹ ਤਿਆਗੀ ਪੁਰਖ ਦਾ ਸੁਭਾਅ ਹੁੰਦਾ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਵਿੱਚ ਵੀ ਸਵਾਰਥੀ ਪ੍ਰਵਿਰਤੀ ਦੀ ਵਿਆਖਿਆ ਕੀਤੀ ਹੈ, ਜਿਹੜੀ ਕਿ ਆਪਾਂ ਪਹਿਲੇ ਸ਼ਬਦਾਂ ਵਿੱਚ ਵੀ, ਪਿੱਛੇ ਜਿਹੜੇ ਹੋਰ ਸ਼ਬਦ ਆਪਾਂ ਵਿਚਾਰੇ ਨੇ ਸਤਿਗੁਰਾਂ ਦੇ, ਉਹਨਾਂ ਵਿੱਚ ਵੀ ਮਹਾਰਾਜ ਨੇ ਕੁਝ ਐਸੇ ਸ਼ਬਦਾਂ ਦਾ ਭਾਵ ਹੀ ਸਾਨੂੰ ਵੱਖ-ਵੱਖ ਤਰੀਕੇ ਨਾਲ ਸਮਝਾਇਆ, ਐਸੇ ਸੁਭਾਅ ਦੀ ਹੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਨੇ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ਼ ਘੇਰੈ। ਸੁਖ ਹੈ ਕਿਉਂਕਿ ਬੰਦਾ ਜੇ ਸੁਖ ਦੀ ਲਾਲਸਾ ਕਰਕੇ ਕਿਸੇ ਨਾਲ ਜੁੜਿਆ, ਜੇ ਸੁਖ ਹੈ ਤੁਹਾਡੇ ਕੋਲ ਤੇ ਉਹ ਤੁਹਾਡੇ ਘੇਰੇ ਘੇਰੇ ਹੋਏਗਾ।
ਕੋਲ ਬੈਠੇਗਾ, ਨੇੜੇ ਹੋ ਕੇ ਤੁਹਾਨੂੰ ਇਹ ਅਹਿਸਾਸ ਕਰਾਏਗਾ ਮੈਂ ਤੁਹਾਡਾ ਆਪਣਾ। ਪਰ ਨਾਲ ਹੀ ਹਜ਼ੂਰ ਕਹਿੰਦੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੋਊ ਨਾ ਆਵਤ ਨੀਰੈ। ਬਿਪਤਾ ਪੈ ਜਾਏ, ਮੁਸੀਬਤ ਦਾ ਸਮਾਂ ਹੋਵੇ, ਦੁੱਖ ਦਾ ਸਮਾਂ ਹੋਵੇ, ਕਠਿਨਾਈ ਦਾ ਸਮਾਂ ਹੋਵੇ, ਤਕਲੀਫ ਦੇ ਵਕਤ ਹੋਵੇ, ਫਿਰ ਉਹ ਜਿਹੜੇ ਸੁੱਖ ਕਰਕੇ ਨੇੜੇ ਟੁਕੇ ਨੇ ਉਹ ਸਾਰੇ ਹੀ ਹੌਲੀ ਹੌਲੀ ਸਾਥ ਛੱਡ ਜਾਂਦੇ ਨੇ, ਉਹ ਫਿਰ ਨੇੜੇ ਨਹੀਂ ਆਉਂਦੇ। ਉਹ ਆਪਣੀ ਸਾਂਝ ਨੂੰ ਬੜੇ ਨਾਟਕੀ ਢੰਗ ਨਾਲ ਤੋੜ ਲੈਂਦੇ। ਅਤੇ ਸਤਿਗੁਰੂ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਹੁਣ ਤੁਸੀਂ ਇੱਥੋਂ ਵੇਖੋ ਨਾ, ਜਿਵੇਂ ਬੰਦਾ ਮਰ ਜਾਏ, ਪ੍ਰਾਣੀ ਮਰ ਜਾਏ ਤੇ ਉਹਦੇ ਨਾਲ ਕੋਈ ਮਰਦਾ ਥੋੜ੍ਹੀ ਹੈ। ਸਤਿਗੁਰੂ ਆਖਦੇ ਜਿਵੇਂ ਪਰਿਵਾਰ ਦਾ ਮੁਖੀ ਹੈ, ਪਰਿਵਾਰ ਦਾ ਮੁਖੀ ਮੰਨ ਲਓ ਕਿਸੇ ਦਾ ਪਤੀ ਜਾਂ ਪਤਨੀ ਚਲਾਣਾ ਕਰ ਜਾਏ ਤੇ ਉਹਦਾ ਸੰਗੀ ਸਾਥੀ ਜਿਹੜਾ ਉਹ ਨਾਲ ਥੋੜ੍ਹਾ ਮਰ ਜਾਂਦਾ। ਸਤਿਗੁਰੂ ਨੇ ਤਾਂ ਬਾਣੀ 'ਚ ਵੀ ਕਿਹਾ ਕੋਈ ਮਰੇ ਨਾ ਮੋਇਆ ਨਾਲੇ। ਤੇ ਮੰਨ ਲਓ ਜੇ ਉਹ ਮਰ ਵੀ ਜਾਏ ਤਾਂ ਉਹਦਾ ਦੁੱਖ ਥੋੜ੍ਹੀ ਜੀਂਦਾ ਹੋ ਚੱਲਿਆ। ਹਜ਼ੂਰ ਮਹਾਰਾਜ ਇੱਕ ਉਦਾਹਰਣ ਦੇ ਰਹੇ ਨੇ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਉਹੀ ਬੰਦਾ ਫਿਰ ਕਈ ਵਾਰ ਸਮਾਜ ਦਾ ਜਿੱਥੇ ਵਹਿਮ ਹੋਣ ਨਾ, ਜੇ ਸਮਾਜ ਵਿੱਚ ਤੁਸੀਂ ਵੇਖਣਾ, ਸਾਡੇ ਸਮਾਜ ਵਿੱਚ ਇਸ ਮੌਤ ਨੂੰ ਲੈ ਕੇ ਦੁਨੀਆ ਦੇ ਹਰ ਸਮਾਜ ਵਿੱਚ ਹੀ ਵਹਿਮ ਨੇ। ਸਾਡੇ ਆਪਣੇ ਕਿਸਮ ਦੇ ਨੇ, ਦੂਜਿਆਂ ਦੇ ਆਪਣੇ ਕਿਸਮ ਦੇ ਨੇ। ਫਿਰ ਉਸ ਬੰਦੇ ਦੀਆਂ ਰੋਜ਼ ਵਰਤੋਂ ਵਾਲੀਆਂ ਚੀਜ਼ਾਂ ਵੀ ਡਰਾਉਣੀਆਂ ਜਿਹੀਆਂ ਲੱਗਣ ਲੱਗ ਜਾਂਦੀਆਂ ਨੇ। ਜਿਹੜੇ ਉਹ ਕੱਪੜੇ ਪਹਿਨਦਾ ਹੈ ਬੰਦਾ ਆਨੇ ਬਹਾਨੇ, ਹੁਣ ਇਹ ਕਿਸੇ ਨੂੰ ਆਉਣੇ ਨਹੀਂ, ਭਾਵੇਂ ਆਉਂਦੇ ਵੀ ਹੋਣ ਬੰਦਾ ਰੱਖਣਾ ਨਹੀਂ ਚਾਹੁੰਦਾ, ਕਿਉਂਕਿ ਮਰਨ ਵਾਲੇ ਦੀ ਜਿਹੜੀ ਜਿਹੜੀ ਚੀਜ਼ ਨਾਲ ਸਾਂਝ ਬਣੀ ਹੋਈ ਹੈ, ਉਹਦਾ ਬਿਸਤਰਾ ਹੈ, ਉਹਦੀ ਜੁੱਤੀ ਹੈ, ਉਹਦੇ ਕੱਪੜੇ ਨੇ। ਖਾਸ ਤੌਰ 'ਤੇ ਬੰਦਾ ਬੜਾ ਸਵਾਰਥੀ ਹੈ ਵੈਸੇ, ਔਰ ਸਵਾਰਥੀ ਦੇ ਨਾਲ ਨਾਲ ਚਾਲਬਾਜ਼ ਵੀ ਬਹੁਤ ਹੈ। ਐਸਾ ਨਹੀਂ ਵੇਖਿਆ ਗਿਆ ਸਾਡੇ ਸਮਾਜ ਵਿੱਚ ਵੀ ਬੰਦੇ ਨੇ ਨਵੇਂ ਕੱਪੜੇ ਸਵਾਏ ਹੋਣ ਤੇ ਤੁਰ ਜਾਏ ਜਹਾਨੋਂ, ਪਹਿਨਣ ਦਾ ਮੌਕਾ ਨਾ ਬਣਿਆ ਹੋਵੇ ਤੇ ਉਹ ਭਾਵੇਂ ਪਰਿਵਾਰ ਦੇ ਕਿਸੇ ਜੀਅ ਨੂੰ ਫਿੱਟ ਆ ਵੀ ਜਾਣ, ਅੱਗੋਂ ਪਿੱਛੋਂ ਪਾ ਵੀ ਲੈਂਦੇ ਨੇ ਲੋਕ ਇੱਕ ਦੂਜੇ ਦੇ ਪਰਿਵਾਰ 'ਚ ਕੱਪੜੇ, ਫਿਰ ਉਹ ਕਹਿਣਗੇ ਕਿਸੇ ਗਰੀਬ ਨੂੰ ਦੇ ਦਿਓ। ਹੁਣ ਮਸਲਾ ਗਰੀਬ ਦਾ ਥੋੜ੍ਹੀ ਹੁੰਦਾ, ਮਸਲਾ ਤੇ ਡਰ ਦਾ ਤੇ ਵਹਿਮ ਦਾ ਹੁੰਦਾ। ਅੱਛਾ, ਜੇ ਉਸ ਮਰਨ ਵਾਲੇ ਦੇ ਗੁੱਟ 'ਤੇ ਸੋਨੇ ਦਾ ਕੜਾ ਹੋਵੇ 2-2.5 ਤੋਲੇ ਦਾ, ਉਹ ਕੋਈ ਗਰੀਬ ਨੂੰ ਨਹੀਂ ਦਿੰਦਾ। ਉਹ ਅਗਲੇ ਚੀਕਾਂ ਮਗਰੋਂ ਮਾਰਦੇ ਨੇ, ਲਾਹ ਪਹਿਲੋਂ ਲੈਂਦੇ ਨੇ, ਫਿਰ ਕਿਸੇ ਦੇ ਆਉਣ 'ਤੇ ਲਾਉਂਦੇ ਬੁਰੇ ਲੱਗਾਂਗੇ। ਸਸਤੀ ਚੀਜ਼ ਜਿਹੜੀ ਹੈ ਨਾ, ਸਸਤੀ, ਉਹਨਾਂ ਨੂੰ ਪਤਾ ਕੱਪੜਾ ਕਿੰਨੇ ਕੁ ਦਾ ਹੋਏਗਾ, ਜੁੱਤੀ ਕਿੰਨੇ ਕੁ ਦੀ ਹੋਏਗੀ, ਬਿਸਤਰਾ ਕਿੰਨੀ ਕੁ ਵੱਡੀ ਚੀਜ਼ ਹੈ, ਹੰਡਿਆ ਬਿਸਤਰਾ ਹੈ, ਚਲੋ ਗਰੀਬ ਨੂੰ ਦੇ ਦਿਓ। ਅਸਲ 'ਚ ਡਰ ਹੁੰਦਾ ਹੈ ਆਪਣੇ ਮਨ 'ਚ, ਵਹਿਮ ਹੁੰਦਾ ਸਾਡੇ ਆਪਣੇ ਮਨ 'ਚ ਵੀ ਇਸ ਬਿਸਤਰੇ 'ਤੇ ਉਹਨੇ ਦਮ ਤੋੜਿਆ, ਮੈਂ ਇਹਦੇ 'ਤੇ ਸੌਵਾਂਗਾ ਤੇ ਮੈਨੂੰ ਵੀ ਚੇਤਾ ਆਏਗਾ। ਉਹ ਡਰ 'ਤੇ ਅੰਦਰ ਬੈਠਾ, ਉਹਨੂੰ ਫਿਰ ਨਾਂ ਦਿੱਤਾ ਜਾਂਦਾ ਵੀ ਅਸੀਂ ਬੜੇ ਦਾਨੀ ਹਾਂ ਜੀ, ਅਸੀਂ ਬੜੀ ਸੇਵਾ ਕਰਦੇ ਹਾਂ, ਗਰੀਬਾਂ ਦੀ ਮਦਦ ਕਰਦੇ ਹਾਂ। ਵੀ ਜੇ ਤੁਹਾਨੂੰ ਨਜ਼ਰ ਆਉਂਦਾ ਵੀ ਬੰਦਾ ਗਰੀਬ ਹੈ ਤੇ ਇਹਨੂੰ ਕੱਪੜਾ ਚਾਹੀਦਾ ਹੈ, ਤੇ ਕਿਸੇ ਦੇ ਮਰਨ ਦੀ ਉਡੀਕ ਥੋੜ੍ਹਾ ਕਰਨੀ ਚਾਹੀਦੀ ਵੀ ਕੋਈ ਮਰੇ ਤੇ ਇਹਨੂੰ ਕੱਪੜਾ ਦਿੱਤਾ ਜਾਏ। ਨਹੀਂ, ਸਤਿਗੁਰੂ ਦੀ ਬਾਣੀ ਨੇ ਇਸ ਪੱਖ ਤੋਂ ਸਾਨੂੰ ਸੁਚੇਤ ਕੀਤਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਯਤਨ ਤੇ ਲਗਾਤਾਰ ਹੋਣੇ ਚਾਹੀਦੇ ਨੇ। ਪਰ ਇੱਥੇ ਜਿਹੜਾ ਮੈਂ ਜ਼ਿਕਰ ਕਰ ਰਿਹਾ ਉਹ ਕੀ ਹੈ? ਡਰ, ਵਹਿਮ ਸਾਡੇ ਅੰਦਰ। ਖੈਰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਨੇ, ਜਿਵੇਂ ਕੋਈ ਪ੍ਰਾਣੀ ਤੁਰ ਜਾਏ ਤੇ ਉਹਦਾ ਕੋਈ ਸੰਗੀ ਸਾਥੀ, ਉਹਦਾ ਕੋਈ ਰਿਸ਼ਤੇਦਾਰ, ਉਹਦਾ ਹਮ ਸਫਰ ਜੀਵਨ ਦਾ ਜਿਹੜਾ ਹੈ, ਉਹਨੂੰ ਹੀ ਫਿਰ ਉਹ ਮੌਤ ਕਰਕੇ ਭੂਤ ਨਜ਼ਰ ਆਉਣ ਲੱਗ ਪੈਂਦਾ। ਇਸੇ ਕਰਕੇ ਜਦੋਂ ਕਿਸੇ ਦੇ ਕੋਲੋਂ ਸਾਡੇ ਸੁੱਖਾਂ ਦੀ ਪੂਰਤੀ ਨਾ ਹੁੰਦੀ ਹੋਵੇ, ਸਵਾਰਥ ਪੂਰਾ ਨਾ ਹੁੰਦਾ ਹੋਵੇ ਨਾ, ਉਹ ਬੰਦਾ ਸਾਨੂੰ ਬੁਰਾ ਨਜ਼ਰ ਲੱਗਣ ਲੱਗ ਪੈਂਦਾ। ਆਨੇ ਬਹਾਨੇ ਲੋਕ ਫਿਰ ਉਹਦੇ ਨਾਲ ਵਿਗਾੜਦੇ ਨੇ, ਫਿਰ ਉਹਦੇ ਬਾਰੇ ਗੱਲਾਂ ਕਰਦੇ ਨੇ। ਕੋਈ ਆਖੇਗਾ ਤੁਹਾਡੀ ਬਣਦੀ ਬੜੀ ਸੀ, ਅੱਜ ਕੱਲ੍ਹ ਤੁਸੀਂ ਕੋਲ ਕਿਉਂ ਨਹੀਂ ਜਾਂਦੇ ਉਹਨਾਂ ਦੇ, ਬੋਲਦੇ ਨਹੀਂ। ਫਿਰ ਬੰਦਾ ਕਹਿੰਦਾ ਬੰਦਾ ਸਹੀ ਨਹੀਂ। ਗੱਲ ਤਾਂ ਅਸਲ 'ਚ ਇਹ ਹੁੰਦੀ ਵੀ ਸਵਾਰਥ ਪੂਰਾ ਨਹੀਂ ਹੋ ਰਿਹਾ। ਉਹੀ ਜਿਉਂਦਾ ਬੰਦਾ ਜਦੋਂ ਮਰ ਜਾਂਦਾ ਹੈ, ਭੂਤ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਦੇ ਪ੍ਰਤੀ ਇਹ ਨਜ਼ਰੀਆ, ਦ੍ਰਿਸ਼ਟੀਕੋਣ ਬਣ ਜਾਂਦਾ ਹੈ। ਜਿਸ ਕੋਲੋਂ ਸਵਾਰਥ ਪੂਰਾ ਨਾ ਹੋਵੇ ਉਹ ਬੁਰਾ ਬਣ ਜਾਂਦਾ, ਉਹ ਬਦ ਬਣ ਜਾਂਦਾ। ਸਾਹਿਬ ਸਤਿਗੁਰੂ ਆਖਦੇ ਨੇ, ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇ ਲਗਾਇਓ। ਇਹ ਭਾਈ, ਵਿਵਹਾਰ ਦਾ ਮਤਲਬ ਹੈ ਵਰਤਾਰਾ, ਵਿਹਾਰ, ਚਲਨ।
ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੈ ਜਿੱਥੇ ਮਨੁੱਖ ਨੇ ਸੁੱਖ ਦੀ ਲਾਲਸਾ ਕਰਕੇ ਕਿਸੇ ਨਾਲ ਸਾਂਝ ਬਣਾਈ, ਜਿੱਥੇ ਮਨੁੱਖ ਸਵਾਰਥੀ ਹੋ ਕੇ ਕਿਸੇ ਚੀਜ਼ ਨਾਲ ਜੁੜਦਾ ਹੈ, ਉੱਥੇ ਹੀ ਇਹ ਵਰਤਾਰਾ ਵਰਤ ਜਾਂਦਾ ਹੈ। ਭਾਵੇਂ ਉਹ ਨਿੱਜੀ ਜੀਵਨ 'ਚ ਹੋਵੇ, ਪਰਿਵਾਰਕ ਜੀਵਨ 'ਚ ਹੋਵੇ, ਧਾਰਮਿਕ ਜੀਵਨ 'ਚ ਹੋਵੇ, ਰਾਜਸੀ ਜੀਵਨ 'ਚ ਹੋਵੇ ਜਾਂ ਸਮਾਜਿਕ ਜੀਵਨ 'ਚ ਹੋਵੇ। ਤੇ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਦਾ ਹੱਲ ਵੀ ਦੱਸਿਆ। ਅੰਤ ਬਾਰ ਨਾਨਕ ਬਿਨ ਹਰਿ ਜੀ ਕਉ ਕਾਮ ਨਾ ਆਇਓ। ਖਿਆਲ ਰੱਖ ਤੂੰ ਐਸੀ ਦਸ਼ਾ ਵਿੱਚ ਪਹੁੰਚ ਗਿਆ ਜਿੱਥੇ ਮਨੁੱਖ ਕੇਵਲ ਮਾਇਆ ਦਾ ਪੁਤਲਾ ਤੇ ਸਵਾਰਥ ਦੀ, ਵਾਸ਼ਨਾ ਦੀ ਪੂਰਤੀ ਦਾ ਭੰਡਾਰਾ ਬਣ ਕੇ ਰਹਿ ਗਿਆ। ਇਸ ਦਸ਼ਾ ਵਿੱਚ ਪਰਮੇਸ਼ਰ ਤੋਂ ਬਿਨਾਂ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਤੇਰਾ ਕੋਈ ਸਾਥੀ ਨਹੀਂ ਜਿਹੜਾ ਤੇਰੇ ਅੰਦਰ ਦੇ ਦੁਰਲੱਭ ਗੁਣਾਂ ਨੂੰ ਬਚਾ ਸਕੇ। ਜਿਹੜਾ ਤੇਰੇ ਅੰਦਰ ਦੇ ਧਰਮ ਸੱਤ ਨੂੰ ਕਾਇਮ ਕਰ ਸਕੇ ਉਹ ਹੈ ਪਰਮੇਸ਼ਰ, ਅਕਾਲ ਪੁਰਖ ਦਾ ਨਾਮ। ਤੇ ਪਰਮੇਸ਼ਰ ਉਹਨਾਂ ਸਰਬ ਸਚਾਈਆਂ ਦਾ ਸੋਮਾ ਹੈ। ਗੁਣੀ ਨਿਧਾਨ ਉਹਨੂੰ ਇਸੇ ਕਰਕੇ ਹੀ ਬਾਣੀ ਦੇ ਵਿੱਚ ਬਿਆਨ ਕੀਤਾ ਗਿਆ। ਉਸ ਤੋਂ ਬਿਨਾਂ ਕੋਈ ਕੰਮ ਆਉਣ ਵਾਲਾ ਨਹੀਂ, ਕੋਈ ਤੇਰੇ ਅੰਤਰ ਆਤਮੇ ਦੀ ਪਵਿੱਤਰਤਾ ਦੀ ਰਾਖੀ ਕਰਨ ਵਾਲਾ ਨਹੀਂ। ਸਾਹਿਬ ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਸ ਸ਼ਬਦ ਦਾ ਜੋ ਤਤ ਭਾਵ ਹੈ ਉਹ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।